ਵਾਹਿਗੁਰੂ ਸਾਹਿਬ ਜੀ। ਕਿੱਥੋਂ ਉਪਜੈ ਕਹਿ ਰਹੈ, ਕਹਿ ਮਾਹੇ ਸਮਾਵੈ। ਜੀ ਜੰਤ ਸਭ ਖਸਮ ਕੇ, ਕੌਣ ਕੀਮਤ ਪਾਵੈ। ਕਹਿਨ ਧਿਆਇਨ ਸੁਣਨ ਨਿਤ, ਸੇ ਭਗਤ ਸੁਹਾਵੈ। ਅਗਮ ਅਗੋਚਰ ਸਾਹਿਬੋ, ਦੂਸਰ ਲਵੈ ਨ ਲਵੈ। ਸਚ ਪੂਰੈ ਗੁਰ ਉਪਦੇਸਿਆ, ਨਾਨਕ ਸੁਣਾਵੈ। ਅਗਮ ਅਗੋਚਰ ਸਾਹਿਬੋ, ਦੂਸਰ ਲਵੈ ਨ ਲਵੈ। ਸਚ ਪੂਰੈ ਗੁਰ ਉਪਦੇਸਿਆ, ਨਾਨਕ ਸੁਣਾਵੈ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਵਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਲੜੀਵਾਰ ਬਸੰਤ ਕੀ ਵਾਰ ਦੀ ਚੱਲ ਰਹੀ ਕਥਾ ਵਿਚਾਰ, ਜੋ ਅਸੀਂ ਲਗਾਤਾਰ ਪਿਛਲੇਰੇ ਦਿਨਾਂ ਤੋਂ ਗੁਰੂ ਦੀ ਗੋਦ ਵਿੱਚ ਬੈਠ ਕੇ ਬੜੇ ਅਦਬ ਸਤਿਕਾਰ ਨਾਲ ਸਰਵਣ ਕਰ ਰਹੇ ਹਾਂ। ਅੱਜ ਇਸ ਵਾਰ ਦੀ ਇਹ ਅਖੀਰਲੀ ਪੌੜੀ ਹੈ। ਇਸ ਵਾਰ ਦੀਆਂ 3 ਪੌੜੀਆਂ ਸਨ, ਜਿਨ੍ਹਾਂ ਵਿੱਚੋਂ ਅਸੀਂ 2 ਦੀ ਵਿਚਾਰ ਕਰ ਚੁੱਕੇ ਹਾਂ ਤੇ ਇਹ ਅਖੀਰਲੀ ਪੌੜੀ ਹੈ। ਇਹ ਤੀਸਰੀ ਤੇ ਅਖੀਰਲੀ ਪੌੜੀ, ਜਿਸ ਵਿੱਚ ਸਤਿਗੁਰੂ ਜੀ ਸਾਨੂੰ ਜੋ ਸਮਝਾਉਂਦੇ ਹਨ ਉਹ ਅਸੀਂ ਅੱਜ ਵਿਚਾਰ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਪਿਛਲੇਰੀਆਂ ਪੌੜੀਆਂ ਵੱਲ ਝਾਤ ਪਾਉਣੀ ਹੈ, ਤਾਂ ਕਿ ਇਸ ਅਖੀਰਲੀ ਪੌੜੀ ਨੂੰ ਵਿਚਾਰਿਆ ਜਾ ਸਕੇ। ਸਤਿਗੁਰੂ ਜੀ ਨੇ ਪਹਿਲੀ ਪੌੜੀ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਨਾਲ ਹੀ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ, ਭਈ ਜਿਹਦਾ ਆਸਰਾ ਹੀ ਸਤਿਗੁਰੂ ਬਣ ਜਾਂਦਾ ਹੈ, ਉਹ ਪਰਮਾਤਮਾ ਉਸ ਮਨੁੱਖ ਨੂੰ ਫਿਰ ਤਾਕਤਵਰ ਬਣਾ ਕੇ ਤੇ ਮਨ ਦੇ ਵਿਕਾਰਾਂ ਨੂੰ ਜਿਹੜਾ ਵਾ ਉਹ ਕਾਬੂ ਵਿੱਚ ਕਰਨ ਦੀ ਸਮਰੱਥਾ ਬਖਸ਼ ਦਿੰਦਾ ਹੈ। ਤੇ ਅੱਜ ਇਹ ਅਖੀਰਲੀ ਪੌੜੀ ਹੈ। ਇਸ ਵਿੱਚ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ ਕਿ ਜੋ ਗੁਰੂ ਸਾਹਿਬ ਨੇ, ਸ਼ਬਦ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਹ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਹਾਂ। ਆਓ ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਅੱਗੇ ਸੀਸ ਝੁਕਾ ਕੇ ਆਗਿਆ ਪ੍ਰਾਪਤ ਕਰਕੇ ਕਥਾ ਦੀ ਆਰੰਭਤਾ ਕਰੀਏ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਥੋਂ ਉਪਜੇ ਕਹਿ ਰਹੈ, ਕਹਿ ਮਾਹੇ ਸਮਾਵੈ।
ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਇੱਕ ਤੇ ਪਦਾਇਸ਼ ਕਿੱਥੋਂ ਉਪਜੈ, ਪੈਦਾ ਹੋਣਾ, ਕਹਿ ਰਹਿ ਕਿੱਥੇ ਟਿਕਾਣਾ ਹੈ, ਉਹਦਾ ਟਿਕਾਣਾ, ਉਹਦੀ ਸੰਭਾਲ, ਇਹ ਦੂਸਰੀ ਗੱਲ ਹੈ। ਤੇ ਤੀਸਰੀ ਗੱਲ ਹੈ ਮਾਹੇ ਸਮਾਵੇ ਭਾਵ ਮੌਤ, ਸਮਾ ਜਾਣਾ। ਅਖੀਰ ਜਿੱਥੋਂ ਵਿਛੜ ਕੇ ਆਇਆ ਸੀ, ਗੁਰੂ ਸਾਹਿਬ ਕਹਿੰਦੇ ਜਿੱਥੋਂ ਇਹ ਵਿਛੜ ਕੇ ਆਇਆ ਨਾ, ਹੁਣ ਉੱਥੇ ਜਾਣਾ ਹੈ, ਭਾਵ ਇਹਦੀ ਮੌਤ ਹੋਣੀ ਹੈ। ਇਹ ਤਿੰਨ ਚੀਜ਼ਾਂ ਨੇ। ਸਭ ਤੋਂ ਪਹਿਲਾਂ ਅਸੀਂ ਵਿਚਾਰਾਂਗੇ ਕਿੱਥੋਂ ਉਪਜੇ, ਇਹ ਸਾਰੀ ਸ੍ਰਿਸ਼ਟੀ ਕਿੱਥੋਂ ਉਪਜ ਕੇ ਆਈ ਹੈ। ਮਨੁੱਖ ਸਾਰੀ ਜ਼ਿੰਦਗੀ ਜਦੋਂ ਵੀ ਧਰਤੀ ਦੇ ਉੱਤੇ ਆਇਆ ਨਾ, ਕਿਸੇ ਜਾਨਵਰ, ਕਿਸੇ ਪਸ਼ੂ ਨੇ, ਕਿਸੇ ਵੀ ਪ੍ਰਕਿਰਤੀ ਦੇ ਵਿੱਚੋਂ ਕਿਸੇ ਦੇ ਮਨ ਦੇ ਅੰਦਰ ਇਹ ਸਵਾਲ ਨਹੀਂ ਉਪਜਿਆ, ਪਰ ਇੱਕ ਮਨੁੱਖ ਹੀ ਹੈ ਜਿਹਦੇ ਅੰਦਰੋਂ ਇਹ ਸਵਾਲ ਉਪਜਦਾ ਕਿ ਮੈਂ ਕਿੱਥੋਂ ਆਇਆ ਸੀ, ਮੈਨੂੰ ਪੈਦਾ ਕਰਨ ਵਾਲਾ ਕੌਣ ਹੈ। ਜੇ ਉਹ ਸਮਝਦਾ ਹੈ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ ਤੇ ਕਿੱਥੋਂ ਉਹਦਾ ਟਿਕਾਣਾ ਕਿੱਥੇ ਹੈ, ਪਰਮਾਤਮਾ ਰਹਿੰਦਾ ਕਿੱਥੇ ਹੈ, ਟਿਕਾਣਾ ਕਿੱਥੇ ਹੈ, ਜਿੱਥੋਂ ਉਹ ਇਹ ਸੰਭਾਲ ਕਰਦਾ ਹੈ, ਇਹ ਸਿਰਫ ਮਨੁੱਖ ਦੇ ਮਨ ਅੰਦਰ ਹੀ ਇਹ ਸਭ ਕੁਝ ਆਉਂਦਾ ਹੈ। ਕਿਉਂਕਿ ਇਹ ਇਹਦੇ ਮਨ ਦੀਆਂ ਹੀ ਖੋਜਾਂ ਨੇ ਨਾ, ਇਹਦੀ ਕਾਢਾਂ ਨੇ ਨਾ, ਬੜੀਆਂ ਮਸ਼ੀਨਰੀਆਂ ਨੇ ਤਿਆਰ ਕਰ ਦਿੱਤੀਆਂ। ਇਹ ਮਨੁੱਖ ਦੇ ਮਨ ਦੀਆਂ ਕਾਢਾਂ, ਕਿਸੇ ਜਾਨਵਰ ਦੇ ਮਨ ਦੀਆਂ ਕਾਢਾਂ ਨਹੀਂ ਹੈਗੀਆਂ, ਕਿਸੇ ਪਸ਼ੂ ਦੇ ਮਨ ਦੀਆਂ ਕਾਢਾਂ ਨਹੀਂ। ਇਹ ਕੇਵਲ ਮਨੁੱਖ ਦੇ ਮਨ ਦੀਆਂ ਕਾਢਾਂ ਨੇ। ਤੇ ਜਦੋਂ ਇਹ ਧਰਤੀ ਤੇ ਆਇਆ, ਇਹ ਪ੍ਰਮਾਤਮਾ ਦੇ ਸਰੂਪ ਨੂੰ ਲੱਭਣ ਵਾਸਤੇ ਇਹ ਦੌੜ ਭੱਜ ਕੀਤੀ ਤੇ ਉਹ ਸਰੂਪ ਲੱਭਦਿਆਂ ਇਹਨੇ 33 ਕਰੋੜ ਦੇਵੀ ਦੇਵਤਿਆਂ ਨੂੰ ਜਨਮ ਦੇ ਦਿੱਤਾ। ਪ੍ਰਮਾਤਮਾ ਇਹਦੇ ਵਿੱਚ ਵਸਦਾ ਹੈ, ਪ੍ਰਮਾਤਮਾ ਦਾ ਸਰੂਪ ਆ ਹੈ। ਹਰ ਇੱਕ ਨੇ ਜਿੰਨੀ ਕੁ ਆਪੋ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਤੋਹਿ ਤੇਤੀ। ਜਿੰਨੀ ਕੁ ਕਿਸੇ ਦੀ ਸਮੱਤ ਸੀ, ਜਿੰਨੀ ਕੁ ਕਿਸੇ ਦੀ ਬੁੱਧ ਸੀ ਨਾ, ਉਨੀ ਕੁ ਬੁੱਧੀ ਦੇ ਅਨੁਸਾਰ ਇਸ ਮਨੁੱਖ ਨੇ ਕੀਤਾ ਕਿ ਉਸ ਪ੍ਰਮਾਤਮਾ ਦੇ ਸਰੂਪ ਨੂੰ ਸਾਹਮਣੇ ਰੱਖ ਦਿੱਤਾ ਕਿ ਇਹ ਪ੍ਰਮਾਤਮਾ ਦਾ ਸਰੂਪ ਹੈ, ਪ੍ਰਮਾਤਮਾ ਇਸ ਤਰ੍ਹਾਂ ਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ, ਸਾਰੀ ਕਾਇਨਾਤ ਨੂੰ ਦੇਖਿਆ ਕਿ ਮਨੁੱਖ ਜਿਹੜਾ ਵਾ ਉਹ ਭਟਕ ਚੁੱਕਿਆ। ਪਰਜਾ ਅੰਧੀ ਗਿਆਨ ਬਿਨ ਕੂੜ ਸਤ ਮੁਖੋਂ ਉਲਾਈ। ਅਧਰਮੀ ਮਨੁੱਖ ਬਣ ਕੇ ਅਸਲ ਵਿੱਚ ਪਰਮਾਤਮਾ ਦੇ ਸਰੂਪ ਨੂੰ ਛੱਡ ਕੇ ਤੇ ਉਹਦੇ ਪੈਦਾ ਕੀਤੀਆਂ ਹੋਈਆਂ ਵਸਤਾਂ ਦੇ ਵਿੱਚੋਂ ਹੀ ਉਹਦਾ ਸਰੂਪ ਜਿਹੜਾ ਉਹ ਪੱਥਰ ਦੇ ਰੂਪ ਵਿੱਚ, ਮੂਰਤੀ ਦੇ ਰੂਪ ਵਿੱਚ ਸਾਹਮਣੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਕਿੱਥੋਂ ਉਪਜੇ, ਅਸੀਂ ਕਿੱਥੋਂ ਆਏ ਹਾਂ, ਪੈਦਾ ਕਰਨ ਵਾਲਾ ਕੌਣ ਹੈ, ਜਿਹਨੇ ਸਾਨੂੰ ਪੈਦਾ ਕੀਤਾ ਉਹ ਕਿੱਥੇ ਰਹਿੰਦਾ ਹੈ, ਉਹ ਕਿਸ ਤਰ੍ਹਾਂ ਦਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਉਹ ਆਖਦੇ ਨੇ ਇੱਕ ਓੰਕਾਰ। ਸਭ ਤੋਂ ਪਹਿਲਾਂ ਤੇ ਬਹੁਦੇਵ ਭਾਵ ਅਨੇਕਾਂ ਸਰੂਪ ਜਿਹੜੇ ਸਨ ਉਹਨਾਂ ਦਾ ਖੰਡਨ ਕਰਕੇ ਆਖਿਆ ਕਿ ਪਰਮਾਤਮਾ ਇੱਕ ਹੈ। ਧਿਆਨ ਦੇ ਕੇ ਸੁਣਨਾ ਕਿ ਪਰਮਾਤਮਾ ਇੱਕ ਹੈ। ਪਰਮਾਤਮਾ ਉਹਦੇ ਉਹ ਕਈ ਸਰੂਪਾਂ ਵਾਲਾ ਨਹੀਂ, ਜਿਸ ਤਰ੍ਹਾਂ ਦਾ ਅਸੀਂ ਮਨ ਵਿੱਚ ਘੜ ਲਿਆ ਉਸ ਤਰ੍ਹਾਂ ਦਾ ਨਹੀਂ। ਪਰਮਾਤਮਾ ਇੱਕ ਹੈ ਤੇ ਸਰਬ ਵਿਆਪਕ ਹੈ, ਹਰ ਇੱਕ ਦੇ ਵਿੱਚ ਉਹ ਵਸ ਰਿਹਾ। ਨਿਰਗੁਣ ਆਪ ਹਰ ਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਪਰਮਾਤਮਾ ਦੇ ਦੋਨੋਂ ਸਰੂਪ ਨੇ, ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਤੇ ਸਭ ਤੋਂ ਪਹਿਲਾਂ ਆਖਿਆ ਇੱਕ ਓੰਕਾਰ, ਫਿਰ ਉਸ ਪ੍ਰਮਾਤਮਾ ਦੇ ਗੁਣ ਦੱਸੇ। ਪੜ੍ਹਦੇ ਅਸੀਂ ਰੋਜ਼ ਸਤਿਨਾਮ ਕਰਤਾ ਪੁਰਖ, ਇਹ ਪ੍ਰਮਾਤਮਾ ਦੇ ਗੁਣ ਨੇ। ਕਈਆਂ ਨੇ ਉਹਦੇ ਗੁਣਾਂ ਨੂੰ ਵੇਖ ਕੇ
ਉਹਦੀ ਪੈਦਾ ਕੀਤੀ ਹੋਈ ਪ੍ਰਕਿਰਤੀ ਦੇ ਵਿੱਚੋਂ ਜਿਹੜੇ ਨੇ ਉਹ 33 ਕਰੋੜ ਦੇਵੀ ਦੇਵਤੇ ਪੈਦਾ ਕਰ ਦਿੱਤੇ। ਪਰ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਪ੍ਰਮਾਤਮਾ ਜਿਹੜਾ ਹੈ ਉਹ ਸਦੀਵੀ ਹੋਂਦ ਵਾਲਾ ਹੈ, ਉਹਦਾ ਨਾਮ ਸੱਚਾ ਹੈ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ ਉਹਦੇ ਗੁਣ ਨੇ। ਸੱਚੇ ਪਾਤਸ਼ਾਹ ਜੀ ਕਿੱਥੋਂ ਉਪਜੇ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ, ਉਹ ਪ੍ਰਮਾਤਮਾ ਜਿਹੜਾ ਸਦਾ ਸਥਿਰ ਹੋਂਦ ਵਾਲਾ, ਉਹ ਮੁੱਢ ਤੋਂ ਹੀ ਇਸ ਧਰਤੀ ਦੇ ਉੱਤੇ ਜਦੋਂ ਕੋਈ ਵੀ ਨਹੀਂ ਸੀ ਨਜ਼ਰ ਆਉਂਦਾ, ਅਰਬਦ ਨਰਬਦ ਧੁੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਸੂਰਜ ਸੁਨ ਸਮਾਦ ਲਗਾਏਗਾ। ਇਹ ਪ੍ਰਮਾਤਮਾ ਦਾ ਸਰੂਪ ਹੈ ਜਿਨੇ ਸਾਨੂੰ ਪੈਦਾ ਕੀਤਾ। ਕਿੱਥੋਂ ਉਪਜੇ? ਹੁਣ ਅਗਲੀ ਗੱਲ ਆ ਗਈ, ਕਿਉਂਕਿ ਪ੍ਰਮਾਤਮਾ ਦੇ ਸਰੂਪ ਬਾਰੇ ਤੇ ਉਹਦੀ ਸ੍ਰਿਸ਼ਟੀ ਬਾਰੇ ਬਿਆਨ ਕਰਨਾ ਹੋਵੇ ਤੇ ਬੜਾ ਲੰਮਾ ਸਮਾਂ ਚਾਹੀਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਵਿਸ਼ੇ ਦੇ ਉੱਤੇ ਕਮਾਲ ਕੀਤੀ ਹੈ, ਪਰ ਅਸੀਂ ਸਮੇਂ ਦੇ ਵਿੱਚ ਰਹਿ ਕੇ ਜਿਹੜਾ ਵਾ ਉਹ ਅਗਲਾ ਨਾਲ ਹੀ ਸਤਿਗੁਰੂ ਨੇ ਜੋ ਬਖਸ਼ਿਸ਼ ਕੀਤਾ ਹੈ ਨਾ ਇਸ ਪੌੜੀ ਦੇ ਅੰਦਰ ਕਿ ਕਹਿ ਰਿਹਾ ਹੈ ਪ੍ਰਮਾਤਮਾ, ਸਾਡੇ ਮਨ ਅੰਦਰ ਇਹ ਵਿਚਾਰ ਹੁੰਦੀ ਹੈ ਪ੍ਰਮਾਤਮਾ ਕਿਸ ਤਰ੍ਹਾਂ ਦਾ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਉਹਦਾ ਸਰੂਪ ਆਏ ਉਹ ਇੱਕ ਓੰਕਾਰ ਹੈ, ਉਹ ਇਹਨਾਂ ਮੂਰਤੀਆਂ ਦੇ ਵਿੱਚ ਬਿਰਾਜਮਾਨ ਨਹੀਂ, ਇਹਨਾਂ ਪੱਥਰਾਂ ਦਾ ਮੁਹਤਾਜ ਨਹੀਂ, ਉਹ ਤੇ ਹਰ ਜਗ੍ਹਾ ਦੇ ਵਿੱਚ ਹੈ। ਤੁਸੀਂ ਪੱਥਰਾਂ ਦੀ ਗੱਲ ਕਰਦੇ ਜੇ, ਪ੍ਰਮਾਤਮਾ ਤੇ ਹਰ ਥਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਤੇ ਸਤਿਗੁਰੂ ਜੀ ਠੀਕ ਹੈ ਮੰਨ ਲੈਂਦੇ ਆ, ਪਰ ਇੰਨੇ ਜੀਵ ਜੰਤੂ ਨੇ। ਹਿੰਦੂਇਜ਼ਮ ਅਨੁਸਾਰ 3 ਦੇਵਤੇ ਬਣਾਏ ਗਏ, ਬ੍ਰਹਮਾ ਵਿਸ਼ਨੂੰ ਤੇ ਮਹੇਸ਼, ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ ਤੇ ਮੌਤ ਦੇਣ ਵਾਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੈਨੂੰ ਉਹ ਪੈਦਾ ਕਰਨ ਵਾਲਾ ਜਿਹਨੇ ਧਰਤੀ ਤੇ ਭੇਜਿਆ, ਜਿੱਥੇ ਉਹ ਆਪ ਵਸਦਾ ਹੈ ਤੇ ਆਪ ਇਹਨਾਂ ਲੋਕਾਂ ਨੂੰ ਵੇਖਦਾ ਹੈ, ਇੱਕ ਤੇ ਉਹਦਾ ਨਿਰਗੁਣ ਸਰੂਪ ਹੈ, ਦੂਜਾ ਉਹਦਾ ਸਰਗੁਣ ਸਰੂਪ ਹੈ। ਤੇ ਜਦੋਂ ਉਹ ਸਰਗੁਣ ਸਰੂਪ ਵਿੱਚ ਆ ਜਾਂਦਾ ਫਿਰ ਉਹ ਹਰ ਇੱਕ ਦੇ ਵਿੱਚ ਮੌਜੂਦ ਹੈ, ਉਹ ਤੁਹਾਡੇ ਵਿੱਚ ਬੈਠ ਕੇ ਤੁਹਾਡੀ ਸੰਭਾਲ ਕਰ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੀਏ ਸੱਚੇ ਪਾਤਸ਼ਾਹ ਕਦੋਂ ਤੋਂ ਸੰਭਾਲ ਕਰ ਰਿਹਾ? ਕਹਿੰਦੇ ਉਹ ਤੁਹਾਡੀ ਸੰਭਾਲ ਕਰ ਰਿਹਾ, ਤੁਹਾਡੇ ਬੀਤ ਚੁੱਕੇ, ਤੁਹਾਡੇ ਕੋਲੋਂ ਵਿਛੜ ਚੁੱਕੇ, ਤੁਹਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦਾ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਕਹਿ ਰਿਹਾ ਕਿੱਦਾਂ ਸੰਭਾਲ ਕਰਦਾ ਹੈ? ਕਹਿੰਦੇ ਉਹ ਤੁਹਾਨੂੰ ਜੁਗਾਂ ਜੁਗੰਤਰਾਂ ਤੋਂ, ਇੱਕ ਨਹੀਂ ਤੁਹਾਡੇ ਦਾਦੇ ਨੂੰ ਜਾਂ ਤੁਹਾਡੇ ਪੜਦਾਦੇ ਨੂੰ ਜਾਂ ਉਹਨਾਂ ਦੇ ਅੱਗੇ ਪਿਤਾ ਨੂੰ ਨਹੀਂ, ਕਈ ਜੁਗਾਂ ਤੋਂ ਉਹ ਇਸ ਸ੍ਰਿਸ਼ਟੀ, ਜਦੋਂ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਦੋਂ ਦੀ ਇਸ ਸੰਭਾਲ ਕਰਦਾ ਪਿਆ। ਤੇ ਉਹ ਪ੍ਰਮਾਤਮਾ ਸਦਾ ਸਥਿਰ ਹੈ, ਜੁਗਾਂ ਜੁਗੰਤਰ ਖਾਏ ਖਾਏ। ਨਾਲ ਕਹਿ ਵੀ ਦਿੱਤਾ ਕਿ ਇਹ ਨਹੀਂ ਕੱਲਾ ਵਿਸ਼ਨੂੰ ਹੀ ਦੇਣ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਕੇਵਲ ਇੱਕ ਹੀ ਹੈ ਤੇ ਉਹ ਇੱਕੋ ਹੀ ਸਭ ਨੂੰ ਦਾਤਾਂ ਦੇ ਰਿਹਾ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੂਟ ਨਾ ਆਵੀ, ਅਗਣਤ ਭਰੇ ਭੰਡਾਰ। ਤੇ ਨਾਲ ਹੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇਹ ਭਾਈ ਇਸ ਧਰਤੀ ਦੇ ਉੱਤੇ ਜਿੰਨੇ ਵੀ ਪੈਦਾ ਹੋਏ ਨੇ ਸਾਰਿਆਂ ਨੇ ਉਪਰਤ ਪਾਲਣਾ ਆਪ ਹੀ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਇਸ ਦੀ ਗਵਾਹੀ ਭਰਦੇ ਨੇ, ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਗਾਰੈ। ਉਹ ਸਾਰਿਆਂ ਦੀ ਸੰਭਾਲ ਕਰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਸਾਰਿਆਂ ਨੂੰ ਰਿਜ਼ਕ ਦੇ ਕੇ ਉਹਨਾਂ ਨੂੰ ਪਾਲ ਕੇ ਉਹਨਾਂ ਦੀ ਸੰਭਾਲ ਕਰਦਾ ਹੈ, ਉਹਨਾਂ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਇਹ ਪ੍ਰਮਾਤਮਾ ਦੀ
ਪ੍ਰਮਾਤਮਾ ਦੇ ਗੁਣ ਨੇ, ਪ੍ਰਮਾਤਮਾ ਦੀ ਇਹ ਰਹਿਮਤ ਹੈ। ਤੇ ਨਾਲ ਹੀ ਅਖੀਰ ਉੱਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿ ਮਾਹੇ ਸਮਾਵੈ। ਕਿੱਥੋਂ ਆਇਆ ਸੀ? ਪ੍ਰਮਾਤਮਾ ਦੇ ਕੋਲੋਂ ਵਿਛੜ ਕੇ ਆਏ ਆ ਨਾ। ਪ੍ਰਮਾਤਮਾ ਦੇ ਕੋਲੋਂ ਸਾਡੇ ਜਦੋਂ ਅਸੀਂ ਧਰਤੀ ਤੇ ਆਏ ਆ, ਪ੍ਰਮਾਤਮਾ ਦੇ ਕੋਲੋਂ ਵਿਛੜ ਕੇ ਆਏ ਆ। ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਪੈਦਾ ਕੀਤਾ, ਫਿਰ ਉਹਦਾ ਇਹ ਸੁਭਾਅ ਸੀ ਕਿ ਉਹਨੇ ਸਾਨੂੰ ਧਰਤੀ ਤੇ ਰਿਜ਼ਕ ਦਿੱਤਾ। ਹੁਣ ਕਹਿੰਦੇ ਕਹਿ ਮਾਹੇ ਸਮਾਵੈ। ਇਹਨਾਂ ਇੱਕ ਸਵਾਲ ਵੀ ਬੜਾ ਤਗੜਾ ਸੀ, ਸਾਡੇ ਇਤਿਹਾਸ ਦੇ ਵਿੱਚ ਵੀ ਇਸ ਦੀ ਵਿਚਾਰ ਆਉਂਦੀ ਹੈ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਦੀ ਧਰਤੀ ਤੇ ਨਾ ਪਰ ਉਪਕਾਰੀ ਮਨੁੱਖਤਾ ਦੇ ਭਲੇ ਹਿਤ ਕਾਰਜ ਕਰਦੇ ਨੇ, ਤੇ ਇੱਕ ਸਰੋਵਰ ਦੀ ਖੁਦਾਈ ਕਰਾਈ। ਸਰੋਵਰ ਦੀ 5 ਸਰੋਵਰ ਨੇ ਅੰਮ੍ਰਿਤਸਰ ਦੀ ਧਰਤੀ ਤੇ, ਉਹਨਾਂ ਵਿੱਚੋਂ ਇੱਕ ਸਰੋਵਰ ਦੀ ਖੁਦਾਈ ਜਦੋਂ ਕਰਵਾਉਣ ਲੱਗੇ ਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਤੋਖ ਸਰ ਦੀ, ਉਸ ਸਰੋਵਰ ਦੀ ਖੁਦਾਈ ਕਰਾਉਣ ਵਾਸਤੇ ਸਿੱਖ ਸੰਗਤਾਂ ਨੂੰ ਜਦੋਂ ਕਾਰ ਸੇਵਾ ਵਿੱਚ ਲਾਇਆ, ਜ਼ਮੀਨ ਡੂੰਘੀ ਪੁੱਟਣ ਵਾਸਤੇ, ਕਿਉਂਕਿ ਸਰੋਵਰ ਦੇ ਪਾਣੀ ਨੂੰ ਇਕੱਠਾ ਕਰਨਾ, ਉਸ ਥਾਂ ਦੇ ਉੱਤੇ ਮਿੱਟੀ ਪੁੱਟਣੀ ਸ਼ੁਰੂ ਕੀਤੀ। ਜਦੋਂ ਡੂੰਘਾਈ ਤੇ ਗਏ ਤੇ ਇੱਕ ਮੱਠ ਨਿਕਲਿਆ। ਮੱਠ ਧਿਆਨ ਦੇ ਕੇ ਸੁਣਨਾ। ਤੇ ਉਹ ਮੱਠ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਖੁਦਾਈ ਕਰਵਾ ਰਹੇ ਨੇ, ਸਿੱਖ ਸੰਗਤਾਂ ਨੇ ਖੁਦਾਈ ਕੀਤੀ ਹੈ, ਸੇਵਾ ਵਿੱਚ ਜੁਟੀਆਂ ਨੇ, ਮੱਠ ਨਿਕਲਿਆ ਨਾ। ਸੰਗਤਾਂ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਇੱਕ ਮੱਠ ਨਿਕਲਿਆ। ਮਟਕਾ ਨਹੀਂ ਕਹਿਣਾ, ਮੱਠ। ਕਈਆਂ ਨੇ ਮਟਕਾ ਵੀ ਲਿਖ ਦਿੱਤਾ, ਵੈਸੇ ਮਟਕੇ ਦੇ ਵਿੱਚ ਕੋਈ ਬੈਠ ਨਹੀਂ ਸਕਦਾ। ਮੱਠ ਦਾ ਭਾਵ ਉਹ ਜਗ੍ਹਾ ਜਿਹਦੇ ਅੰਦਰ ਕੋਈ ਬੈਠ ਸਕਦਾ, ਜਿਸ ਤਰ੍ਹਾਂ ਇੱਕ ਕਮਰਾ ਲੈ ਲਓ, ਛੋਟਾ ਜਿਹਾ ਕਮਰਾ ਲੈ ਲਓ। ਉਹ ਜਦੋਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਇਹਨੂੰ ਆਲੇ ਦੁਆਲੇ ਮਿੱਟੀ ਕੱਢੋ, ਇਹਨੂੰ ਢਾਉਣਾ ਨਹੀਂ, ਇਹਦੇ ਮਿੱਟੀ ਕੱਢੋ, ਇਹਦੇ ਅੰਦਰ ਹੈ ਕੀ? ਸਤਿਗੁਰੂ ਜੀ ਜਾਣਦੇ ਸਨ, ਪਰ ਫਿਰ ਵੀ ਸੰਗਤਾਂ ਨੂੰ ਜਿਹੜਾ ਉਹ ਹੁਕਮ ਕੀਤਾ, ਉਹ ਮਿੱਟੀ ਕੱਢੀ ਗਈ। ਤੇ ਥੱਲਿਓਂ ਮਿੱਟੀ ਕੱਢਣ ਤੋਂ ਬਾਅਦ ਉਸ ਮੱਠ ਦਾ ਦਰਵਾਜ਼ਾ ਤੋੜਿਆ ਗਿਆ, ਤੇ ਅੰਦਰ ਇੱਕ ਕੋਈ ਸਿੱਧ ਜੋਗੀ ਸਾਧੂ ਪੁਰਸ਼ ਜਿਹੜਾ ਸੀ ਉਹ ਬੈਠਾ ਹੋਇਆ ਸੀ, ਜਿਹਦਾ ਇਤਿਹਾਸਕਾਰਾਂ ਨੇ ਭਾਈ ਸੰਤੋਖਾ ਨਾਮ ਜ਼ਿਕਰ ਕੀਤਾ। ਸੰਤੋਖਾ ਕਹਿੰਦੇ ਜਦੋਂ ਵਿੱਚ ਬੈਠਾ ਨਿਕਲਿਆ, ਸੰਗਤ ਹੈਰਾਨ ਰਹਿ ਗਈ। ਗੁਰੂ ਸਾਹਿਬ ਨੇ ਕਿਹਾ ਕਿ ਕੋਈ ਨਹੀਂ, ਤੁਸੀਂ ਇਸ ਤਰ੍ਹਾਂ ਕਰੋ, ਦੇਸੀ ਘਿਓ ਲਿਆਓ ਗਰਮ ਕਰਕੇ ਤੇ ਇਹਦੀਆਂ ਤਲੀਆਂ ਚੱਸੋ, ਇਹਦੇ ਪੈਰਾਂ ਦੀਆਂ ਤਲੀਆਂ ਉੱਤੇ, ਹੱਥਾਂ ਦੀਆਂ ਤਲੀਆਂ ਉੱਤੇ ਇਹਦੀ ਮਾਲਿਸ਼ ਕਰੋ, ਇਹਦੇ ਸਵਾਸ ਜਿਹੜੇ ਚੜਾਏ ਹੋਏ ਨੇ ਉਹ ਠਾਂ ਆ ਜਾਣਗੇ। ਇਹ ਜੋਗੀ ਕਰਦੇ ਸਨ, ਆਪਣੇ ਸਵਾਸ ਚੜਾ ਕੇ ਬੈਠ ਜਾਣਾ। ਜੇ ਗੱਲ ਸਵਾਸਾਂ ਦੀ ਹੈ, ਜਿੰਨੇ ਸਵਾਸ ਮਿਲੇ ਨੇ ਉਨੀ ਜ਼ਿੰਦਗੀ ਮਨੁੱਖ ਨੇ ਬਤੀਤ ਕਰਨੀ, ਇਹਨਾਂ ਸਵਾਸ ਚੜਾ ਲੈਣੇ। ਗੁਰੂ ਸਾਹਿਬ ਨੇ ਇਹ ਮਨਾ ਕੀਤਾ ਹੈ। ਪਰ ਖੈਰ ਇਹ ਇਤਿਹਾਸ ਜਿਹੜਾ ਜਦੋਂ ਉਹਦੇ ਅੱਖਾਂ ਖੁੱਲੀਆਂ ਨਾ, ਸਵਾਸ ਠਾਂ ਆਏ, ਅੱਖਾਂ ਖੁੱਲੀਆਂ, ਤੇ ਪੁੱਛਿਆ ਮੈਂ ਕਿੱਥੇ ਆ? ਕਹਿੰਦੇ ਤੁਸੀਂ ਕਲਯੁਗ ਦੇ ਵਿੱਚ ਜੇ, ਤੁਸੀਂ ਕਲਯੁਗ ਦੇ ਸਮੇਂ ਦੇ ਵਿੱਚ ਆ ਗਏ ਜੇ। ਕਹਿੰਦੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਹਮਣੇ ਆਏ ਤੇ ਨਮਸਕਾਰ ਕੀਤੀ, ਆਖਿਆ ਪਾਤਸ਼ਾਹ, ਮੈਂ ਸ਼ਾਰਟ ਦੇ ਵਿੱਚ ਲੈ ਕੇ ਜਾ ਰਿਹਾ ਕਿ ਪਾਤਸ਼ਾਹ ਮੇਰੇ ਮਨ ਅੰਦਰ ਸਵਾਲ ਸੀ, ਤੇ ਜਿਸ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਸੀ ਉਹ ਕਹਿੰਦੇ ਸੀ ਕਿ ਸਮਾਂ ਆਏਗਾ ਤੇ ਤੇਰੇ ਇਸ ਸਵਾਲ ਦਾ ਉੱਤਰ ਤੈਨੂੰ ਮਿਲੇਗਾ। ਤੇ ਕਹਿੰਦੇ ਮੈਂ ਆਖਿਆ ਸੀ ਕਿ ਜਦੋਂ ਤੱਕ ਮੈਨੂੰ ਉੱਤਰ ਨਹੀਂ ਮਿਲਦਾ, ਮੈਂ ਮਰਨਾ ਨਹੀਂ ਚਾਹੁੰਦਾ, ਜੰਮਣਾ ਮਰਨਾ ਨਹੀਂ ਚਾਹੁੰਦਾ। ਤੇ ਮੇਰੇ ਗੁਰੂ ਨੇ ਮੈਨੂੰ ਇਹ ਗੁਣ ਦੱਸ ਕੇ, ਇਹ ਤਰੀਕਾ ਦੱਸ ਕੇ ਤੇ ਮੇਰੇ ਸਵਾਸ ਚੜਵਾ ਦਿੱਤੇ ਸਨ ਕਿ ਸਮਾਂ ਆਏਗਾ ਤੇ ਤੇਰਾ ਜੰਮਣ ਮਰਨ ਤੋਂ ਬਗੈਰ ਹੀ ਉਧਾਰ ਹੋਵੇਗਾ। ਤੇ ਸਤਿਗੁਰੂ ਮੈਂ ਜਾਣ ਗਿਆ ਕਿ ਹੁਣ ਉਹ ਸਮਾਂ ਆ ਗਿਆ। ਸਤਿਗੁਰੂ ਕਹਿੰਦੇ ਸਵਾਲ ਕੀ ਸੀ? ਕਹਿੰਦੇ ਸੀ ਕਿ ਮੈਂ ਇਹੀ ਸਵਾਲ ਕੀਤਾ ਸੀ, ਪ੍ਰਮਾਤਮਾ ਕਿੱਥੇ ਵਸਦਾ? ਪ੍ਰਮਾਤਮਾ ਕਿੱਥੇ ਵਸਦਾ ਹੈ? ਜਿੱਥੇ ਉਹ ਸਾਡੀ ਬਹਿ ਕੇ ਸੰਭਾਲ ਕਰਦਾ। ਤੇ ਪਾਤਸ਼ਾਹ ਹੁਣ ਮੇਰਾ ਇਹ
ਜਿਹੜਾ ਉੱਤਰ ਹੈ, ਜਿਹੜਾ ਮੇਰੇ ਮਨ ਅੰਦਰ ਸ਼ੰਕਾ ਸੀ, ਇਹ ਨਿਵਰਤ ਕਰੋ ਤਾਂ ਕਿ ਮੈਂ ਇਸ ਧਰਤੀ ਤੋਂ ਸੁਰਖਰੂ ਹੋ ਕੇ ਜਾ ਸਕਾਂ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਸਿੱਖ ਦਾ ਜਿਹੜਾ ਸੀ ਕਹਿ ਮਾਹੇ ਸਮਾਵੇ ਦਾ ਜਿਹੜਾ ਉੱਤਰ ਸੀ ਨਾ, ਕਿੱਥੇ ਜਾ ਕੇ ਮਨੁੱਖ ਉਹਦੇ ਵਿੱਚ ਲੀਨ ਹੋ ਜਾਂਦਾ ਹੈ, ਉਹ ਕਿੱਥੇ ਹੈ, ਤੇ ਉਹਦਾ ਫਿਰ ਜਿਹੜਾ ਸੀ ਉੱਤਰ ਦਿੱਤਾ ਸੀ। ਜੋਗੀ ਦਾ ਉਸ ਸਾਧੂ ਦਾ ਸੰਤੋਖ ਦਾਸ ਦਾ ਉੱਤਰ ਸੀ ਕਿ ਕਵਣ ਰੂਪ ਦ੍ਰਿਸ਼ਟਿਓ ਬਿਨਸਾਇਓ। ਇਹ ਧਰਤੀ ਹੈ, ਕਿਸ ਤਰ੍ਹਾਂ ਇਹ ਬਿਨਸਦੀ ਹੈ, ਕਿੱਦਾਂ ਇਹ ਪੈਦਾ ਹੁੰਦੀ ਹੈ ਪ੍ਰਕਿਰਤੀ। ਤੇ ਗੁਰੂ ਸਾਹਿਬ ਕਹਿੰਦੇ ਸਨ ਕਤਹਿ ਗਇਓ ਉਹ ਕਤ ਤੇ ਆਇਓ। ਗੁਰੂ ਸਾਹਿਬ ਨੂੰ ਆਖਦੇ ਨੇ ਅਸੀਂ ਕਿੱਥੋਂ ਵਿਛੜ ਕੇ ਆਉਂਦੇ ਆ ਤੇ ਫਿਰ ਕਿੱਥੇ ਜਾ ਕੇ ਮਿਲਦੇ ਆ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਦਾਹਰਨਾਂ ਕਮਾਲ ਦੀਆਂ ਦਿੱਤੀਆਂ। ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੀਖ ਦਿਖਲਾਈ। ਕਹਿੰਦੇ ਇੱਕ ਬਾਜੀਗਰ ਜਿਸ ਤਰ੍ਹਾਂ ਬਾਜੀ ਪਾਉਂਦਾ ਨਾ, ਅਨੇਕਾਂ ਪ੍ਰਕਾਰ ਦੇ ਉਹ ਤੁਹਾਡੇ ਸਾਹਮਣੇ ਪਹਿਰਾਵੇ ਬਣਾ ਕੇ ਤੁਹਾਡੇ ਸਾਹਮਣੇ ਉਹ ਪੇਸ਼ਕਾਰੀ ਕਰਦਾ, ਤੁਸੀਂ ਦੇਖਦੇ ਜੇ। ਸਾਂਗ ਉਤਾਰ ਥਮਿਓ ਪਸਾਰਾ ਤਬ ਏਕੋ ਏਕੰਕਾਰਾ। ਕਹਿੰਦੇ ਜਿਸ ਤਰ੍ਹਾਂ ਉਹ ਸਾਰੇ ਖੇਲ ਦਿਖਾਉਣ ਤੋਂ ਬਾਅਦ ਆਪਣੇ ਕੱਪੜੇ ਉਤਾਰ ਦਿੰਦਾ ਨਾ, ਇਸੇ ਤਰ੍ਹਾਂ ਉਹ ਇੱਕ ਓੰਕਾਰ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਿਰਗੁਣ ਸਰੂਪ ਸਰਗੁਣ ਸਰੂਪ ਦੇ ਵਿੱਚ ਆ ਕੇ ਵੀ ਫਿਰ ਨਿਰਗੁਣ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ। ਜਿਸ ਤਰ੍ਹਾਂ ਜਲ ਤੇ ਉੱਠੇ ਅਨੰਤ ਤਰੰਗਾ, ਗੁਰੂ ਅਰਜਨ ਸਾਹਿਬ ਕਹਿੰਦੇ ਜਿਸ ਤਰ੍ਹਾਂ ਜਲ ਦੇ ਵਿੱਚ ਅਨੇਕਾਂ ਤਰੰਗਾਂ ਉੱਠਦੀਆਂ ਨੇ ਨਾ, ਪਾਣੀ ਦੇ ਵਿੱਚ ਪਾਣੀ ਦੀ ਹਿਲਜੁਲ ਹੁੰਦੀ ਹੈ, ਹੇਠਾਂ ਉੱਤੇ ਆਉਂਦਾ, ਫਿਰ ਉਹ ਤਰੰਗਾਂ ਆਪਸ ਵਿੱਚ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ। ਜਦੋਂ ਜਲ ਸ਼ਾਂਤ ਹੋ ਜਾਂਦਾ ਤੇ ਉਹ ਸ਼ਾਂਤ ਹੋਇਆ ਜਲ ਜਿਹੜਾ ਵਾ ਜਦੋਂ ਟਿਕ ਜਾਂਦਾ ਨਾ ਇੱਕ ਜਗ੍ਹਾ ਤੇ ਟਿਕ ਜਾਂਦਾ, ਤੇ ਫਿਰ ਉਹਦੀਆਂ ਜਿਹੜੀਆਂ ਨਿਕਲੀਆਂ ਹੋਈਆਂ ਤਰੰਗਾਂ ਨੇ ਉਹ ਜਲ ਦੇ ਵਿੱਚ ਹੀ ਸਮਾ ਜਾਂਦੀਆਂ। ਉਹ ਓਤ ਪੋਤ ਬੁੰਦੇਰੋ, ਜਿਸ ਤਰ੍ਹਾਂ ਪਾਣੀ ਦੀ ਬੂੰਦ ਤੇ ਪਾਣੀ ਆਪਸ ਵਿੱਚ ਸਮਾ ਜਾਂਦਾ, ਉਹਨੂੰ ਵੱਖ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਭਾਈ ਇਹ ਤੇਰਾ ਜੀਵਨ ਹੈ, ਇਹ ਪ੍ਰਮਾਤਮਾ ਨੇ ਤੈਨੂੰ ਬਖਸ਼ਿਆ ਹੈ। ਇਸ ਧਰਤੀ ਦੇ ਉੱਤੇ ਅਨੇਕਾਂ ਰੂਪ ਰੰਗ ਨਸਲ ਜਾਤ ਦੇ ਤੈਨੂੰ ਲੋਕ ਮਿਲ ਜਾਣਗੇ। ਅੰਤ ਜਦੋਂ ਇਹਨਾਂ ਦੀ ਮੌਤ ਹੋਣੀ ਹੈ ਉਹ ਉਹਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਫਿਰ ਇਸ ਧਰਤੀ ਦੇ ਉੱਤੇ ਉਹ ਪ੍ਰਮਾਤਮਾ ਤੇ ਉਹਦੇ ਨਾਲੋਂ ਵਿਛੜ ਕੇ ਆਈ ਹੋਈ ਆਤਮਾ ਜਿਹੜੀ ਹੈ ਉਹ ਆਪਸ ਵਿੱਚ ਲਿਵਲੀਨ ਹੋ ਜਾਂਦੀ ਹੈ। ਫਿਰ ਆਤਮਾ ਤੇ ਪ੍ਰਮਾਤਮਾ ਦਾ ਫਰਕ ਨਹੀਂ ਰਹਿ ਜਾਂਦਾ, ਕੋਈ ਫਰਕ ਨਹੀਂ ਰਹਿ ਜਾਂਦਾ। ਆਤਮਾ ਤੇ ਪ੍ਰਮਾਤਮਾ ਮਿਲ ਜਾਂਦੀ ਹੈ। ਧਿਆਨ ਨਾਲ ਫਿਰ ਸੁਣਿਆ ਜੇ, ਇੱਕ ਵਾਰੀ ਮੈਂ ਕਹਿ ਕੇ ਅੱਗੇ ਚੱਲਾਂਗਾ। ਕਿੱਥੋਂ ਉਪਜੇ? ਇਹ ਸਵਾਲ ਹੈ ਸਾਡਾ। ਮਨੁੱਖੀ ਕੇਵਲ ਮਨੁੱਖੀ ਸਵਾਲ ਕਰਦਾ। ਪੈਦਾ ਕਿੱਥੋਂ ਹੁੰਦਾ ਹੈ? ਪੈਦਾ ਕੌਣ ਕਰਦਾ ਹੈ? ਗੁਰੂ ਸਾਹਿਬ ਕਹਿੰਦੇ ਨੇ ਉਹ ਪ੍ਰਮਾਤਮਾ ਹੀ ਪੈਦਾ ਕਰਨ ਵਾਲਾ ਹੈ। ਦੂਜਾ ਸਵਾਲ ਹੈ ਜੀ, ਪ੍ਰਮਾਤਮਾ ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ ਕੌਣ? ਲੋਕ ਆਖਦੇ ਨੇ ਕਿ ਰਿਜ਼ਕ ਦੇਣ ਵਾਲਾ ਦੂਸਰਾ ਹੈ, ਪਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਰਿਜ਼ਕ ਦੇਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੀ ਹੈ। ਸਾਰਿਆਂ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਆਪਣੀ ਰਹਿਮਤ ਦੇ ਸਦਕਾ ਉਹ ਸਾਰਿਆਂ ਜੀਵਾਂ ਨੂੰ ਸੰਭਾਲਦਾ ਹੈ, ਉਹਨਾਂ ਦੀ ਸੰਭਾਲ ਕਰਦਾ ਹੈ। ਤੇ ਉਹ ਸੰਭਾਲ ਕਰਦਾ ਹੋਇਆ ਆਪਣੇ ਜੀਵਾਂ ਨੂੰ ਥਾਂ ਬਥਾਂ ਦੇ ਉੱਤੇ ਉਹ ਰਿਜ਼ਕ ਦਿੰਦਾ ਹੈ। ਤੇ ਰਿਜ਼ਕ ਦਿੰਦਾ ਹੋਇਆ ਉਹ ਕਦੇ ਪਿੱਛੇ ਨਹੀਂ ਹਟਦਾ, ਸਾਰਿਆਂ ਨੂੰ ਉਹ ਦੇ ਰਿਹਾ ਹੈ। ਚਾਹੇ ਉਹ ਰਾਜੇ ਮਹਿਲਾਂ ਵਿੱਚ ਬੈਠੇ ਹੋਣ, ਚਾਹੇ ਉਹ ਕੰਗਾਲ ਝੁੱਗੀਆਂ ਵਿੱਚ ਬੈਠੇ ਹੋਣ, ਉਹ ਸਾਰਿਆਂ ਨੂੰ ਰਿਜ਼ਕ ਦੇ ਕੇ ਹੀ ਸਵਾਲਦਾ ਹੈ, ਕਿਸੇ ਨੂੰ ਭੁੱਖਿਆ ਨਹੀਂ ਸੌਣ ਦਿੰਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਮਨੁੱਖ ਜਿਹੜਾ ਵਾ ਇਹ ਅਲਪ ਬੁੱਧੀ ਜੀਵ ਹੈ, ਇਹ ਸਮਝਦਾ ਨਹੀਂ। ਤੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ ਕਿ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਇਹ ਸਾਰੇ ਜਿਹੜੇ ਜੀਵ ਜੰਤ ਨੇ ਨਾ, ਇਹ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਨੇ।
ਸਵਾਲ ਇਹ ਸੀ ਨਾ, ਇਹ ਕਿੱਥੋਂ ਉਪਜਦਾ, ਕਿੱਥੋਂ ਪੈਦਾ ਹੁੰਦਾ, ਪਰਮਾਤਮਾ ਕਿੱਥੇ ਬੈਠ ਕੇ ਇਹਨੂੰ ਬਣਾਉਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕੀਤੇ ਨੇ ਕਿ ਪਰਮਾਤਮਾ ਕਿੱਥੋਂ ਉਪਜਦਾ ਹੈ। ਕਦੇ ਕਿਸੇ ਜਾਨਵਰ ਨੇ ਆਖਿਆ? ਗੁਰੂ ਸਾਹਿਬ ਸਾਨੂੰ ਹੀ ਸਮਝਾਉਂਦੇ ਨੇ ਕਿ ਮਨੁੱਖ ਤੇਰੇ ਮਨ ਅੰਦਰ ਹੀ ਸਵਾਲ ਹੈ, ਤੇਰੇ ਮਨ ਦੇ ਅੰਦਰ ਦਾ ਹੀ ਇਹ ਵਲਵਲਾ ਹੈ, ਤੇ ਇਸ ਸਮਝਣ ਦਾ ਯਤਨ ਕਰ ਕਿ ਜੀ ਜੰਤ ਜਿਨੇ ਵੀ ਇਹ ਜੀਵ ਤੇ ਜੰਤ ਪੈਦਾ ਕੀਤੇ ਆ ਨਾ ਪ੍ਰਮਾਤਮਾ ਨੇ, ਸਾਰੇ ਉਹਦੇ ਨੇ, ਖਸਮ ਕੇ, ਸਭ ਖਸਮ ਕੇ, ਸਾਰੇ ਉਸ ਪ੍ਰਭੂ ਪ੍ਰਮਾਤਮਾ ਵੱਲੋਂ ਪੈਦਾ ਕੀਤੇ ਹੋਏ ਨੇ। ਕੌਣ ਕੀਮਤ ਪਾਵੇ? ਹੁਣ ਕਿਸੇ ਘਰ ਬੱਚਾ ਨਹੀਂ ਹੁੰਦਾ, ਕੋਈ ਕੀਮਤ ਪਾ ਕੇ ਉਹ ਬੱਚਾ ਲੈ ਸਕਦਾ? ਇੱਕ ਉਦਾਹਰਨ ਇਸ ਸੰਸਾਰੀ। ਤੇ ਜੇ ਅਸੀਂ ਆਖੀਏ ਕਿ ਮੈਂ 10 ਲੱਖ ਰੁਪਇਆ 20 ਲੱਖ ਰੁਪਇਆ ਦੇ ਕੇ ਕੀਮਤ ਤੇ ਬੱਚਾ ਅਸੈਪਟ ਕਰ ਲਵਾਂ, ਲੈ ਸਕਦਾ? ਕਿਸੇ ਦਾ ਪੈਦਾ ਕੀਤਾ ਹੋਇਆ ਤੇ ਲੈ ਸਕਦਾ, ਪਰ ਆਪਣੀ ਮਾਂ ਕੁੱਖ ਤੋਂ ਬੱਚਾ ਨਹੀਂ ਜਨਮ ਸਕਦੀ ਜਿਹਦੀ ਕੁੱਖ ਜਿਹੜੀ ਆ ਉਹ ਬਾਂਝ ਹੈ। ਅਧਿਆਤਮਿਕ ਰੂਪ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਤੂੰ ਕਰੋੜਾਂ ਰੁਪਈਆ ਦਾਨ ਕਰ ਦੇ, ਮਹਿਲ ਬਣਾ ਦੇ ਸੋਨੇ ਦੇ, ਸੋਨੇ ਦੀਆਂ ਮਾੜੀਆਂ ਬਣਾ ਦੇ, ਪਰ ਤੂੰ ਰੱਬ ਨੂੰ ਨਹੀਂ ਲੈ ਸਕਦਾ। ਰੱਬ ਨੂੰ ਪਾ ਸਕਦਾ? ਨਹੀਂ। ਤੂੰ ਆਖੇ ਮੈਂ ਗੋਲਕ ਭਰ ਦੇਵਾਂ, ਇਕੱਲਾ ਹੀ ਭਰ ਦੇਵਾਂ। ਪਰਮਾਤਮਾ ਕਿਸ ਤਰ੍ਹਾਂ ਮਿਲਦਾ ਹੈ? ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰ ਦਿੰਦੇ ਹਾਂ। ਸੱਚੇ ਪਾਤਸ਼ਾਹ, ਮੇਰੇ ਜਿਹਾ ਗਰੀਬ ਕੋਈ ਨਹੀਂ, ਤੇਰੇ ਜਿਹਾ ਦਾਤਾ ਕੋਈ ਨਹੀਂ, ਮੇਰੇ ਜਿਹਾ ਕੰਗਾਲ ਕੋਈ ਨਹੀਂ, ਤੇਰੇ ਜਿਹਾ ਕੋਈ ਦਾਤਾ ਨਹੀਂ। ਇਹ ਐਕਸੈਪਟ ਕਰ ਲੈ। ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਕਹਦੇ ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੀ ਹੈ, ਤੂੰ ਦਿੱਤਾ ਹੈ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ, ਮੇਰਾ ਕੁਝ ਨਹੀਂ ਹੈ, ਸਭ ਕੁਝ ਤੇਰਾ ਦਿੱਤਾ ਹੋਇਆ ਹੈ। ਮੈਂ ਕਿਸੇ ਪ੍ਰਕਾਰ ਵੀ ਕੀਮਤ ਦੇ ਕੇ ਨਹੀਂ ਖਰੀਦ ਸਕਦਾ, ਕੇਵਲ ਤੂੰ ਰਹਿਮਤ ਕਰੇ ਤੇ ਮੈਂ ਤੈਨੂੰ ਪਾ ਸਕਦਾ ਹਾਂ। ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ। ਗੁਰੂ ਸਾਹਿਬ ਕਹਿੰਦੇ ਨੇ ਇਹ ਸਮਝ ਲੈ ਕਿ ਉਹ ਪ੍ਰਮਾਤਮਾ ਹੀ ਸਭ ਕੁਝ ਹੈ, ਪੈਦਾ ਕਰਨ ਵਾਲਾ ਵੀ, ਰਿਜ਼ਕ ਦੇਣ ਵਾਲਾ ਵੀ, ਮੌਤ ਦੇਣ ਵਾਲਾ ਵੀ। ਵਿਛੜ ਕੇ ਵੀ ਉਹਦੇ ਤੋਂ ਆਉਣਾ ਹੀ, ਰਿਜ਼ਕ ਵੀ ਉਹਨੇ ਤੈਨੂੰ ਦੇਣਾ, ਤੇ ਜਦੋਂ ਤੇਰੀ ਮੌਤ ਹੋਣੀ ਹੈ ਸਮਾਉਣਾ ਵੀ ਤੂੰ ਉਹਦੇ ਵਿੱਚ ਜਾ ਕੇ ਹੈ। ਪਰ ਉਹਦਾ ਤੂੰ ਅੰਤ ਨਹੀਂ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਇਸ ਕਰਕੇ ਉਹਦੇ ਭਗਤ ਤਾਂ ਹੀ ਸੋਹਣੇ ਲੱਗਦੇ ਨੇ ਜਿਹੜੇ ਉਹਦੇ ਗੁਣ ਗਾਉਂਦੇ ਨੇ, ਤੇ ਜਿਹੜੇ ਉਹਦੇ ਗੁਣ ਗਾਉਂਦੇ ਨੇ ਉਹ ਭਗਤ ਸੋਹਣੇ ਨੇ, ਸੁਚੱਜੇ ਨੇ। ਕਹਿਣ ਜਿਹੜੇ ਕਹਿੰਦੇ ਨੇ, ਧਿਆਨ ਜਿਹੜੇ ਧਿਆਉਂਦੇ ਨੇ, ਸੁਣਨ ਜਿਹੜੇ ਸੁਣਦੇ ਨੇ। ਤਿੰਨ ਗੱਲਾਂ ਕੀਤੀਆਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਵਾਰ ਦੇ ਅੰਦਰ, ਇਸ ਪੌੜੀ ਦੇ ਅੰਦਰ, ਵੀ ਕਹਿਣ ਵਾਲੇ, ਧਿਆਉਣ ਵਾਲੇ ਤੇ ਸੁਣਨ ਵਾਲੇ। ਜਿਹੜੇ ਇਹ ਇੱਕ ਵਾਰੀ ਨਹੀਂ ਕਿ ਅੱਜ ਆ ਕੇ ਤੇ ਕਰ ਲਿਆ, ਅੱਜ ਬੈਠੇ ਆ ਗੁਰੂ ਦੀ ਗੋਦ ਵਿੱਚ ਤੇ ਅੱਜ ਇਹ ਕਰਮ ਨਿਭਾ ਲਿਆ, ਨਹੀਂ। ਨਿਤ ਜਿਹੜੇ ਨਿਤ ਪ੍ਰਮਾਤਮਾ ਦੇ ਨਾਮ ਨੂੰ ਕਹਿੰਦੇ ਹਨ, ਧਿਆਉਂਦੇ ਹਨ, ਸੁਣਦੇ ਹਨ, ਉਹ ਫਿਰ ਜਿਹੜੇ ਨਿਤਾ ਪ੍ਰਤੀ ਇਹ ਕਰਮ ਨਿਭਾਉਣ ਵਾਲੇ ਉਹਦੇ ਭਗਤ ਨੇ, ਉਹ ਇਸ ਜਗਤ ਦੇ ਵਿੱਚ ਸੋਹਣੇ ਸੁਹਾਪਣ ਵਾਲੇ ਹੋ ਜਾਂਦੇ ਨੇ। ਲੋਕ ਉਹਨਾਂ ਨੂੰ ਸਿਜਦਾ ਕਰਦੇ ਨੇ। ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਵੈ। ਉਹ ਪ੍ਰਮਾਤਮਾ ਅਗਮ ਹੈ, ਅਪਹੁੰਚ ਤੋਂ ਪਰੇ ਹੈ, ਅਗੋਚਰ। ਉਹ ਪ੍ਰਮਾਤਮਾ ਬੇਅੰਤ ਹੈ। ਭਾਈ ਜੇ ਕੋਈ ਆਖੇ ਕਿ ਮੈਂ ਉਸ ਨੂੰ ਕਿਸੇ ਤਰੀਕੇ ਦੇ ਨਾਲ ਪਾ ਲਵਾਂ, ਉਹ ਨਹੀਂ, ਕੇਵਲ ਉਹਦੇ ਅੱਗੇ ਨਿਉਣਾ ਬਣਦਾ ਹੈ। ਕਿਸੇ ਦੂਸਰੇ ਦੇ ਨਾਲ ਜੁੜ ਕੇ ਉਹਨੂੰ ਨਹੀਂ ਪਾਇਆ ਜਾ ਸਕਦਾ, ਕੇਵਲ ਉਹਦੇ ਨਾਲ ਜੁੜਿਆ ਹੀ ਦੂਸਰਾ ਲਵੈ ਨਾ ਲਾਵੈ।
ਉਹਦੇ ਕੇਵਲ ਉਹਦੇ ਨਾਲ ਹੀ ਜੁੜਿਆ ਜਿਹੜਾ ਵਾ ਪਰਮਾਤਮਾ ਨੂੰ ਪਾਇਆ ਜਾ ਸਕਦਾ। ਕਿਸੇ ਹੋਰ ਦਾ ਸਹਾਰਾ ਲਿਆ ਮਨੁੱਖ ਜਿਹੜਾ ਵਾ ਉਸ ਪਰਮਾਤਮਾ ਨੂੰ ਨਹੀਂ ਪਾ ਸਕਦਾ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰ ਵਿੱਚ ਆਖਦੇ ਨੇ, ਸੱਚ ਪੂਰੈ ਗੁਰ ਉਪਦੇਸਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਉਪਦੇਸ਼ ਕਰ ਰਿਹਾ, ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ। ਮੈਂ ਇਹ ਤੁਹਾਨੂੰ ਜੋ ਦੱਸ ਰਿਹਾ ਇਹ ਗੁਰੂ ਦੀ ਸਮੱਤ ਹੈ, ਅਕਾਲ ਪੁਰਖ ਦੀ ਰਹਿਮਤ ਹੈ। ਤੇ ਆਪ ਜੀ ਦੇ ਸਾਹਮਣੇ ਇਹ 3 ਪੌੜੀਆਂ ਦੇ ਅੰਦਰ ਉਸ ਪਰਮਾਤਮਾ ਦੀ ਵਡਿਆਈ ਕੀਤੀ ਹੈ। ਕਿੰਨੀ ਨਿਮਰਤਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ, ਇਹ ਪਰਮਾਤਮਾ ਦੀ ਵਡਿਆਈ ਹੈ। ਅਖੀਰ ਵਿੱਚ ਫਿਰ ਮੈਂ ਟੂਕ ਮਾਤਰ ਅਰਥ ਕਰਕੇ, ਕਿਉਂਕਿ ਅੱਜ ਇਸ ਵਾਰ ਦੀ ਸਮਾਪਤੀ ਹੈ, 3 ਪੌੜੀਆਂ ਸਨ, 3 ਦਿਨੀ ਇਹਨਾਂ ਦੀ ਜਿਹੜੀ ਵਿਚਾਰ ਹੋਣੀ ਸੀ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਪਰਮਾਤਮਾ ਦਾ ਨਾਮ ਜਪ ਤੇ ਤੇਰਾ ਸਰੀਰ ਜਿਹੜਾ ਹੈ, ਤੇਰਾ ਜਿਹੜਾ ਮਨ ਹੈ ਉਹ ਹਰਿਆ ਹੋ ਜਾਵੇਗਾ, ਖੇੜੇ ਵਾਲਾ। ਤੇ ਦੂਜੀ ਗੱਲ, ਜਿਹਨੇ ਪਰਮਾਤਮਾ ਦਾ ਨਾਮ ਧਿਆਇਆ ਉਹਨੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ। ਜਿਹਨੇ ਆਸਰਾ ਸਤਿਗੁਰੂ ਦਾ ਲਿਆ ਉਹਨੇ ਪੰਜੇ ਵਿਕਾਰ ਆਪਣੇ ਨਾਲ ਆਪਣੇ ਅੰਦਰ ਬੰਨ੍ਹ ਲਏ। ਦੌੜਦੇ ਨਹੀਂ, ਜਿਹੜੇ ਵਿਕਾਰ ਨਿਕਲਦੇ ਨਹੀਂ ਅੰਦਰੋਂ, ਉਹਨਾਂ ਨੂੰ ਬੰਨ੍ਹ ਲਿਆ। ਤੇ ਅਖੀਰ ਉੱਤੇ ਸਤਿਗੁਰੂ ਜੀ ਕਹਿੰਦੇ, ਮੈਂ ਤੁਹਾਨੂੰ ਇਹ ਸੁਣਾ ਰਿਹਾ ਕਿ ਜਿਹਨੇ ਨਾਮ ਧਿਆ ਲਿਆ, ਜਿਹਨੇ ਸਤਿਗੁਰੂ ਦਾ ਆਸਰਾ ਲੈ ਲਿਆ, ਉਹਨੂੰ ਸਮਝ ਆ ਗਈ ਕਿ ਜਿੱਥੋਂ ਵਿਛੜ ਕੇ ਆਏ ਉੱਥੇ ਚਲ ਜਾ ਕੇ ਸਮਾ ਜਾਣਾ। ਹੋਰ ਪਤਾ ਨਹੀਂ, ਕੋਈ ਕਹਿ ਦਿੰਦਾ ਫਲਾਣੀ ਜਗ੍ਹਾ ਤੇ ਵਾਸਾ ਹੈ, ਕੋਈ ਕਹਿੰਦਾ ਫਲਾਣੀ ਜਗ੍ਹਾ ਤੇ ਵਾਸਾ ਹੈ। ਨਹੀਂ ਭਾਈ, ਜਿੱਥੋਂ ਵਿਛੜ ਕੇ ਆਏ ਆ ਉਹਦੇ ਵਿੱਚ ਹੀ ਜਾ ਕੇ ਸਮਾਉਣਾ ਹੈ। ਇਸ ਕਰਕੇ ਭਾਈ ਉਹਦਾ ਨਾਮ ਜਪ, ਜਦੋਂ ਤੂੰ ਉਹਦੇ ਦਰਗਾਹ ਤੇ ਜਾਵੇਂਗਾ ਤੇਰਾ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕੋਟਾਨ ਕੋਟ ਸ਼ੁਕਰ ਹੈ ਦਾਤੇ ਦਾ, ਦਾਤੇ ਨੇ ਇਹ ਸੇਵਾ ਲਈ ਹੈ। ਪਿਛਲੇ ਦਿਨਾਂ ਤੋਂ ਇਹ ਲੜੀਵਾਰ ਵਿਚਾਰਾਂ ਚੱਲ ਰਹੀਆਂ ਸਨ। ਮੈਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਆਪ ਸਭ ਸੰਗਤਾਂ ਜਿਨ੍ਹਾਂ ਨੇ ਲੜੀਵਾਰ ਕਥਾ ਦੇ ਵਿੱਚ ਹਾਜ਼ਰੀਆਂ ਲਵਾਈਆਂ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਤਿਗੁਰੂ ਦਾ ਕੋਟਾਨ ਕੋਟ ਸ਼ੁਕਰ ਹੈ ਦਾਤੇ ਨੇ ਲੜੀਵਾਰ ਵਿਚਾਰਾਂ ਦੇ ਵਿੱਚ, ਵਿਚਾਰਾਂ ਦੇ ਰਾਹੀਂ ਆਪ ਸਭ ਸੰਗਤਾਂ ਦੀ ਇਹ ਸੇਵਾ ਬਖਸ਼ੀ ਹੈ। ਸ਼ੁਕਰ ਹੈ ਦਾਤੇ ਦਾ। ਇਹੀ ਅਰਦਾਸ ਹੈ ਸਤਿਗੁਰੂ ਜੋ ਡਿਊਟੀ ਲਾਈ ਹੈ ਅਸੀਂ ਇਹ ਤਨਦੇਹੀ ਨਾਲ ਨਿਭਾਈਏ। ਆਪ ਸਭ ਸੰਗਤਾਂ ਨੇ ਅਸੀਸ ਦੇਣੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।